ਸਤਿ ਸ੍ਰੀ ਅਕਾਲ ਜੀ। ਇਸ ਖਾਸ ਵਿਆਖਿਆ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦੇ ਇੱਕ ਐਸੇ ਕ੍ਰਾਂਤੀਕਾਰੀ ਪੜਾਅ ਬਾਰੇ ਜੋ ਕਿ 18ਵੀਂ ਸਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਪਹਿਲੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਨਾਲ ਜੁੜਿਆ ਹੋਇਆ ਹੈ। ਇਹ ਸਿਰਫ ਕਿਸੇ ਜ਼ਮੀਨ ਦੇ ਟੁਕੜੇ ਨੂੰ ਜਿੱਤਣ ਦੀ ਕਹਾਣੀ ਬਿਲਕੁਲ ਨਹੀਂ ਹੈ, ਸਗੋਂ ਇੱਕ ਬਿਲਕੁਲ ਨਵੇਂ ਤੇ ਨਿਰਾਲੇ ਸ਼ਾਸਨ ਪ੍ਰਬੰਧ ਨੂੰ ਜਨਮ ਦੇਣ ਦੀ ਗਾਥਾ ਹੈ। ਜ਼ਰਾ ਸੋਚ ਕੇ ਦੇਖੋ, ਇੱਕ ਵਿਸ਼ਾਲ ਅਤੇ ਜ਼ਾਲਿਮ ਸਾਮਰਾਜ ਦੀ ਰਾਖ ਵਿੱਚੋਂ ਇੱਕ ਬਿਲਕੁਲ ਨਵਾਂ ਤੇ ਆਜ਼ਾਦ ਰਾਜ ਖੜਾ ਕਰਨ ਲਈ ਆਖਿਰ ਕੀ ਕੁਝ ਚਾਹੀਦਾ ਹੋਵੇਗਾ? ਇਹ ਗੱਲ ਸਿਰਫ ਜੰਗਾਂ ਜਿੱਤਣ ਤੱਕ ਤਾਂ ਸੀਮਿਤ ਨਹੀਂ ਹੋ ਸਕਦੀ ਹੈ ਨਾ। ਅੱਜ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇੱਕ ਬਾਗੀ ਫੌਜ ਇੱਕ ਪੱਕੀ ਅਤੇ ਮਜ਼ਬੂਤ ਸਰਕਾਰ ਵਿੱਚ ਬਦਲ ਗਈ, ਜਿਸ ਨੇ ਦੁਨੀਆ ਸਾਹਮਣੇ ਇਨਸਾਫ ਦੀ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ। ਠੀਕ ਹੈ, ਤਾਂ ਆਓ ਫਟਾਫਟ ਦੇਖਦੇ ਹਾਂ ਕਿ ਅੱਜ ਆਪਾਂ ਕੀ ਕੁਝ ਕਵਰ ਕਰਨ ਵਾਲੇ ਹਾਂ। ਇਸ ਪੂਰੇ ਸਫ਼ਰ ਨੂੰ ਆਪਾਂ ਮੁੱਖ ਤੌਰ ਤੇ 4 ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾਂ ਸਰਹਿੰਦ ਦੀ ਜਿੱਤ, ਫਿਰ ਪਹਿਲੀ ਸਿੱਖ ਸਰਕਾਰ ਦਾ ਬਣਨਾ, ਉਸ ਤੋਂ ਬਾਅਦ ਲੋਹਗੜ੍ਹ ਦਾ ਕਿਲਾ ਤੇ ਅੰਤ ਵਿੱਚ ਸਭ ਤੋਂ ਦਿਲਚਸਪ ਹਿੱਸਾ ਸੁਤੰਤਰ ਸਿੱਕੇ ਤੇ ਮੋਹਰਾਂ। ਤਾਂ ਆਓ ਸ਼ੁਰੂਆਤ ਕਰਦੇ ਹਾਂ ਆਪਣੇ ਪਹਿਲੇ ਪੜਾਅ ਤੋਂ, ਜੋ ਕਿ ਹੈ ਸਰਹਿੰਦ ਦੀ ਇਤਿਹਾਸਿਕ ਜਿੱਤ। ਉਸ ਵਕਤ ਦੇ ਪੰਜਾਬ ਦੇ ਹਾਲਾਤ ਬੜੇ ਭਿਆਨਕ ਸੀ। ਇੱਕ ਪਾਸੇ ਸਰਹਿੰਦ ਦਾ ਮੁਗਲ ਗਵਰਨਰ ਵਜ਼ੀਰ ਖਾਨ ਸੀ, ਜਿਸ ਦਾ ਜ਼ੁਲਮ ਸਿੱਖਾਂ ਤੇ ਸੀ। ਤੁਹਾਨੂੰ ਪਤਾ ਹੀ ਹੋਵੇਗਾ, ਇਹੀ ਉਹ ਸ਼ਖਸ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਵਾਇਆ ਸੀ। ਤੇ ਦੂਜੇ ਪਾਸੇ ਖੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਨੇ ਇਸ ਕਰੂਰਤਾ ਨੂੰ ਜੜੋਂ ਖਤਮ ਕਰਨ ਲਈ ਆਮ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਇੱਕ ਐਸੀ ਜ਼ਬਰਦਸਤ ਫੌਜ ਤਿਆਰ ਕਰ ਦਿੱਤੀ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਤੇ ਫਿਰ ਇਹ ਸਾਰਾ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਯਕੀਨ ਕਰਨਾ ਔਖਾ ਲੱਗਦਾ ਹੈ। 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਬੜੀ ਫੈਸਲਾਕੁਨ ਜਿੱਤ ਮਿਲਦੀ ਹੈ ਤੇ ਸਿਰਫ 2 ਦਿਨਾਂ ਬਾਅਦ ਯਾਨੀ 14 ਮਈ ਨੂੰ ਸਰਹਿੰਦ ਦੇ ਅਜਿੱਤ ਮੰਨੇ ਜਾਂਦੇ ਕਿਲੇ ਤੇ ਕਬਜ਼ਾ ਹੋ ਜਾਂਦਾ ਹੈ ਅਤੇ ਬਸ ਫਿਰ ਉੱਥੇ ਪੂਰੀ ਸ਼ਾਨੋ-ਸ਼ੌਕਤ ਨਾਲ ਝੂਲਦਾ ਹੈ ਖਾਲਸਾਈ ਕੇਸਰੀ ਨਿਸ਼ਾਨ ਸਾਹਿਬ, ਜੋ ਕਿ ਮੁਗਲ ਜ਼ੁਲਮ ਦੇ ਅੰਤ ਦਾ ਸਿੱਧਾ ਐਲਾਨ ਸੀ। ਪਰ ਹੁਣ ਇਹ ਤੇ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ। ਮੰਨ ਲਓ ਇੱਕ ਫੌਜ ਨੇ ਜਿੱਤ ਤਾਂ ਪ੍ਰਾਪਤ ਕਰ ਲਈ, ਪਰ ਉਹ ਇੱਕ ਪੱਕੀ ਅਤੇ ਸੁਚੱਜੀ ਸਰਕਾਰ ਕਿਵੇਂ ਬਣਾਵੇਗੀ? ਜਿੱਤਣਾ ਇੱਕ ਗੱਲ ਹੈ, ਪਰ ਰੋਜ਼ਾਨਾ ਦਾ ਰਾਜ-ਭਾਗ ਚਲਾਉਣਾ ਉਹ ਬਿਲਕੁਲ ਵੱਖਰੀ ਖੇਡ ਹੈ। ਆਓ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਕਮਾਲ ਕਿਵੇਂ ਕੀਤਾ। ਇਸੇ ਲਈ ਆਪਣਾ ਦੂਜਾ ਹਿੱਸਾ ਬਹੁਤ ਅਹਿਮ ਹੈ। ਪਹਿਲੀ ਸਿੱਖ ਸਰਕਾਰ ਦੀ ਸਥਾਪਨਾ। ਸਰਹਿੰਦ ਫਤਿਹ ਹੁੰਦਿਆਂ ਹੀ ਸਭ ਤੋਂ ਪਹਿਲਾ ਕੰਮ ਕੀ ਕੀਤਾ ਗਿਆ? ਅਫਰਾ-ਤਫਰੀ ਮਚਾਉਣ ਦੀ ਬਜਾਏ ਤੁਰੰਤ ਕਾਨੂੰਨ ਵਿਵਸਥਾ ਬਣਾਈ ਗਈ। ਭਾਈ ਬਾਗ ਸਿੰਘ ਜੀ ਨੂੰ ਬਿਨਾਂ ਦੇਰੀ ਕੀਤੇ ਸਰਹਿੰਦ ਦਾ ਗਵਰਨਰ ਥਾਪਿਆ ਗਿਆ ਤੇ ਬਾਬਾ ਆਲੀ ਸਿੰਘ ਜੀ ਨੂੰ ਉਹਨਾਂ ਦਾ ਡਿਪਟੀ ਯਾਨੀ ਨਾਇਬ ਬਣਾਇਆ ਗਿਆ। ਇਸ ਦਾ ਸਿੱਧਾ ਜਿਹਾ ਮਤਲਬ ਇਹ ਸੀ ਕਿ ਇਹ ਸਿਰਫ ਕੋਈ ਬਦਲੇ ਦੀ ਕਾਰਵਾਈ ਨਹੀਂ ਸੀ, ਇਹ ਬਕਾਇਦਾ ਇੱਕ ਸਿਸਟਮ ਦੇਣ ਦੀ ਸ਼ੁਰੂਆਤ ਸੀ। ਤੇ ਇਹ ਗੱਲ ਉਸ ਸਮੇਂ ਦੇ ਸਭ ਤੋਂ ਵੱਡੇ ਇਨਕਲਾਬ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਦਰਸਾਉਂਦੀ ਹੈ। ਮੁਗਲ ਰਾਜ ਵਿੱਚ ਜ਼ਮੀਨਾਂ ਦੇ ਮਾਲਿਕ ਵੱਡੇ-ਵੱਡੇ ਜਾਗੀਰਦਾਰ ਹੁੰਦੇ ਸੀ ਤੇ ਕਿਸਾਨ ਵਿਚਾਰੇ ਸਿਰਫ ਮਜ਼ਦੂਰਾਂ ਵਾਂਗ ਕੰਮ ਕਰਦੇ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਉਂਦਿਆਂ ਹੀ ਇਸ ਸਦੀਆਂ ਪੁਰਾਣੇ ਸਿਸਟਮ ਨੂੰ ਜੜੋਂ ਉਖਾੜ ਦਿੱਤਾ। ਉਹਨਾਂ ਨੇ ਨਵਾਂ ਕਾਨੂੰਨ ਲਾਗੂ ਕੀਤਾ ਕਿ ਜੋ ਜ਼ਮੀਨ ਵਾਹੇਗਾ ਉਹੀ ਉਸ ਦਾ ਅਸਲੀ ਮਾਲਕ ਹੋਵੇਗਾ। ਸੋਚ ਕੇ ਦੇਖੋ, 18ਵੀਂ ਸਦੀ ਦੇ ਏਸ਼ੀਆ ਵਿੱਚ ਇੱਕ ਕਿੱਡਾ ਵੱਡਾ ਤੇ ਇਨਕਲਾਬੀ ਫੈਸਲਾ ਸੀ। ਜਿਸ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਆਪਣੇ ਤੀਜੇ ਪੜਾਅ ਤੇ, ਲੋਹਗੜ੍ਹ ਯਾਨੀ ਲੋਹੇ ਦਾ ਕਿਲਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਦੂਰਅੰਦੇਸ਼ ਸਨ। ਉਹਨਾਂ ਨੂੰ ਪਤਾ ਸੀ ਕਿ ਮੈਦਾਨੀ ਇਲਾਕੇ ਵਿੱਚ ਹੋਣ ਕਰਕੇ ਸਰਹਿੰਦ ਸੁਰੱਖਿਅਤ ਨਹੀਂ ਹੈ, ਉੱਥੇ ਮੁਗਲਾਂ ਦੇ ਵੱਡੇ ਹਮਲੇ ਹੋਣਗੇ ਹੀ ਹੋਣਗੇ। ਇਸ ਲਈ ਉਹਨਾਂ ਨੇ ਬੜੀ ਸਮਝਦਾਰੀ ਨਾਲ ਕਦਮ ਚੁੱਕਦੇ ਹੋਏ ਰਾਜਧਾਨੀ ਨੂੰ ਪਹਾੜਾਂ ਵੱਲ ਮੁਖਲਿਸਪੁਰ ਦੇ ਕਿਲੇ ਵਿੱਚ ਤਬਦੀਲ ਕਰ ਦਿੱਤਾ। ਉਸ ਦੀ ਬਹੁਤ ਪੱਕੀ ਕਿਲੇਬੰਦੀ ਕੀਤੀ ਗਈ ਤੇ ਉਸ ਨੂੰ ਇੱਕ ਨਵਾਂ ਰੌਬਦਾਰ ਨਾਮ ਦਿੱਤਾ, ਲੋਹਗੜ੍ਹ। ਤੇ ਹੁਣ ਇੱਥੇ ਇੱਕ ਬੜੀ ਕਮਾਲ ਦੀ ਗੱਲ ਨੋਟ ਕਰਨ ਵਾਲੀ ਹੈ। ਉਨ੍ਹਾਂ ਨੇ ਸਿਰਫ ਆਪਣੀ ਰਾਜਧਾਨੀ ਦਾ ਨਾਮ ਹੀ ਨਹੀਂ ਬਦਲਿਆ, ਸਹਾਰਨਪੁਰ ਵਰਗੇ ਇਲਾਕਿਆਂ ਦਾ ਨਾਮ ਵੀ ਬਦਲ ਕੇ ਭਾਨਗੜ੍ਹ ਰੱਖ ਦਿੱਤਾ ਗਿਆ। ਅਜਿਹਾ ਕਿਉਂ? ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਇਹ ਮੁਗਲ ਪ੍ਰਸ਼ਾਸਨ ਦੀ ਪਹਿਚਾਣ ਨੂੰ ਦਿਮਾਗਾਂ ਵਿੱਚੋਂ ਪੂਰੀ ਤਰ੍ਹਾਂ ਮਿਟਾ ਕੇ ਇੱਕ ਨਵੀਂ ਸੁਤੰਤਰ ਸੋਚ ਕਾਇਮ ਕਰਨ ਦੀ ਇੱਕ ਬਹੁਤ ਹੀ ਡੂੰਘੀ ਰਣਨੀਤੀ ਸੀ। ਤੇ ਹੁਣ ਆਉਂਦਾ ਹੈ ਸਾਡਾ ਅੰਤਿਮ ਅਤੇ ਸ਼ਾਇਦ ਸਭ ਤੋਂ ਦਿਲਚਸਪ ਪੜਾਅ, ਸੁਤੰਤਰ ਸਿੱਕੇ ਅਤੇ ਮੋਹਰਾਂ। ਦੇਖੋ, 18ਵੀਂ ਸਦੀ ਦਾ ਇੱਕ ਸਿੱਧਾ ਜਿਹਾ ਅਸੂਲ ਸੀ, ਜੇ ਤੁਸੀਂ ਦੁਨੀਆ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਸੁਤੰਤਰ ਕਹਿਲਾਉਣਾ ਹੈ ਤਾਂ ਤੁਹਾਡੇ ਕੋਲ 2 ਚੀਜ਼ਾਂ ਹੋਣੀਆਂ ਲਾਜ਼ਮੀ ਸੀ। ਪਹਿਲਾ, ਸਿੱਕਾ ਯਾਨੀ ਆਪਣੇ ਨਾਮ ਦੇ ਸਿੱਕੇ ਢਾਲਣਾ ਤੇ ਦੂਜਾ ਖੁਤਬਾ ਯਾਨੀ ਆਜ਼ਾਦੀ ਦਾ ਰਸਮੀ ਐਲਾਨ ਕਰਨਾ। ਤੇ ਸਿੱਖਾਂ ਨੇ ਬਿਲਕੁਲ ਇਹੀ ਕੀਤਾ।
ਪਰ ਆਪਣੇ ਇੱਕ ਬਿਲਕੁਲ ਵੱਖਰੇ ਤੇ ਨਿਰਾਲੇ ਅੰਦਾਜ਼ ਵਿੱਚ। ਲੋਹਗੜ੍ਹ ਦੀ ਟਕਸਾਲ ਵਿੱਚ ਜੋ ਪਹਿਲਾ ਸਿੱਕਾ ਢਾਲਿਆ ਗਿਆ, ਉਸ ਦੇ ਪਹਿਲੇ ਪਾਸੇ ਫਾਰਸੀ ਵਿੱਚ ਬੜੀ ਹੀ ਖੂਬਸੂਰਤ ਇਬਾਰਤ ਲਿਖੀ ਸੀ। ਆਪਾਂ ਇਸ ਨੂੰ ਪੜ੍ਹਦੇ ਹਾਂ। ਸਿੱਕਾ ਜ਼ਦ ਹਰ ਦੋ ਆਲਮ ਤੇਗੇ ਨਾਨਕ ਸਾਹਿਬਸਤ, ਫਤਿਹ ਗੋਬਿੰਦ ਸਿੰਘ ਸ਼ਾਹ ਸ਼ਾਹਾਂ ਫਜ਼ਲੇ ਸੱਚਾ ਸਾਹਿਬਸਤ। ਇਸ ਦਾ ਅਰਥ ਬਹੁਤ ਹੀ ਗਹਿਰਾ ਹੈ। ਇਸ ਦਾ ਮਤਲਬ ਹੈ ਕਿ ਦੋਵਾਂ ਜਹਾਨਾਂ ਵਿੱਚ ਸਿੱਕਾ ਗੁਰੂ ਨਾਨਕ ਸਾਹਿਬ ਦੀ ਤੇਗ ਯਾਨੀ ਉਹਨਾਂ ਦੀ ਅਥਾਰਟੀ ਨਾਲ ਜਾਰੀ ਕੀਤਾ ਗਿਆ ਹੈ ਅਤੇ ਜਿੱਤ ਸ਼ਾਹਾਂ ਦੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਜੋ ਕਿ ਸੱਚੇ ਪ੍ਰਭੂ ਦੀ ਕਿਰਪਾ ਸਦਕਾ ਮਿਲੀ ਹੈ। ਹੈਰਾਨੀ ਦੀ ਗੱਲ ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਜੀ ਇੰਨੇ ਵੱਡੇ ਰਾਜ ਦੇ ਮਾਲਿਕ ਬਣੇ, ਪਰ ਉਹਨਾਂ ਨੇ ਸਿੱਕੇ ਤੇ ਆਪਣਾ ਨਾਮ ਕਿਤੇ ਵੀ ਨਹੀਂ ਲਿਖਵਾਇਆ। ਸਾਰੇ ਤਾਕਤ, ਸਾਰਾ ਸਿਰਾ ਪੂਰੇ ਨਿਮਰਤਾ ਨਾਲ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਰੱਖ ਦਿੱਤਾ। ਸਿੱਕੇ ਦੇ ਦੂਜੇ ਪਾਸੇ ਵੀ ਕੁਝ ਘੱਟ ਕਮਾਲ ਨਹੀਂ ਸੀ ਲਿਖਿਆ। ਇੱਥੇ ਲੋਹਗੜ੍ਹ ਬਾਰੇ ਦਰਜ ਸੀ, ਜ਼ਰਬ ਬਇਮਾਨ ਉਦੇਹਰ ਮਸਵਰਤ ਸ਼ਹਿਰ ਜ਼ੀਨਤ ਤੂ ਤਖਤ ਮੁਬਾਰਕ ਬਖਤ। ਹੁਣ ਜੋ ਗੱਲ ਸੱਚਮੁੱਚ ਮੇਰਾ ਧਿਆਨ ਖਿੱਚਦੀ ਹੈ, ਉਹ ਇਹ ਹੈ ਕਿ ਇਸ ਇਬਾਰਤ ਵਿੱਚ ਲੋਹਗੜ੍ਹ ਨੂੰ ਕਿਸੇ ਫੌਜੀ ਜਿੱਤ ਜਾਂ ਤਾਕਤ ਦਾ ਪ੍ਰਤੀਕ ਨਹੀਂ ਕਿਹਾ ਗਿਆ, ਸਗੋਂ ਇਸ ਨੂੰ ਅਮਾਨ ਉਦ-ਦਹਰ ਯਾਨੀ ਪੂਰਨ ਸ਼ਾਂਤੀ ਅਤੇ ਇਲਾਹੀ ਨਿਆਂ ਦਾ ਸਥਾਨ ਕਿਹਾ ਗਿਆ। ਜ਼ਰਾ ਸੋਚੋ, ਉਹ ਸਮਾਂ ਜਦੋਂ ਹਰ ਪਾਸੇ ਖੂਨ ਖਰਾਬਾ ਤੇ ਜੰਗਾਂ ਚੱਲ ਰਹੀਆਂ ਸਨ, ਉਸ ਵਕਤ ਇੱਕ ਨਵੇਂ ਰਾਜ ਦੀ ਰਾਜਧਾਨੀ ਆਪਣੇ ਆਪ ਨੂੰ ਸ਼ਾਂਤੀ ਤੇ ਇਨਸਾਫ ਦਾ ਘਰ ਐਲਾਨ ਕਰ ਰਹੀ ਹੈ। ਇਹ ਉਸ ਵਕਤ ਤੇ ਆਮ ਰਾਜਿਆਂ ਦੇ ਹੰਕਾਰ ਤੋਂ ਕਿੰਨਾ ਵੱਖਰਾ ਸੀ। ਤੇ ਹਾਂ, ਸਿਰਫ ਸਿੱਕੇ ਹੀ ਨਹੀਂ, ਸਰਕਾਰੀ ਹੁਕਮਨਾਮਿਆਂ ਤੇ ਦਸਤਾਵੇਜ਼ਾਂ ਲਈ ਇੱਕ ਖਾਸ ਮੋਹਰ ਵੀ ਤਿਆਰ ਕੀਤੀ ਗਈ ਤੇ ਉਸ ਮੋਹਰ ਉੱਤੇ ਵੀ ਬੜੇ ਹੀ ਪ੍ਰਭਾਵਸ਼ਾਲੀ ਲਫ਼ਜ਼ ਉਕਰੇ ਹੋਏ ਸੀ। ਦੇਗ, ਉਤੇਗ, ਉਹ ਫਤਿਹ, ਉਹ ਨੁਸਰਤ ਬੇਦਿਰੰਗ, ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਆਓ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ। ਪਹਿਲਾ ਲਫ਼ਜ਼ ਹੈ ਦੇਗ। ਦੇਗ ਯਾਨੀ ਲੰਗਰ ਦਾ ਬਰਤਨ। ਇਹ ਦਰਸਾਉਂਦਾ ਹੈ ਕਿ ਇਸ ਨਵੇਂ ਰਾਜ ਦੀ ਪਹਿਲੀ ਤਰਜੀਹ ਕੀ ਹੈ? ਮਨੁੱਖਤਾ ਦੀ ਸੇਵਾ, ਆਰਥਿਕ ਬਰਾਬਰੀ ਤੇ ਇਹ ਯਕੀਨੀ ਬਣਾਉਣਾ ਕਿ ਕੋਈ ਵੀ ਭੁੱਖਾ ਨਾ ਰਹੇ। ਇਹ ਸਿਰਫ ਤਖਤ ਤੇ ਬੈਠ ਕੇ ਹੁਕਮ ਚਲਾਉਣ ਬਾਰੇ ਨਹੀਂ ਸੀ, ਇਹ ਲੋਕਾਂ ਦੇ ਦੁੱਖ ਦਰਦ ਵੰਡਣ ਅਤੇ ਉਹਨਾਂ ਦਾ ਢਿੱਡ ਭਰਨ ਬਾਰੇ ਸੀ। ਦੂਜਾ ਲਫ਼ਜ਼ ਹੈ ਤੇਗ, ਭਾਵ ਤਲਵਾਰ। ਇੱਥੇ ਤਲਵਾਰ ਕਿਸੇ ਨੂੰ ਡਰਾਉਣ ਜਾਂ ਜ਼ੁਲਮ ਕਰਨ ਲਈ ਬਿਲਕੁਲ ਨਹੀਂ ਹੈ, ਬਲਕਿ ਇਹ ਕਮਜ਼ੋਰਾਂ ਦੀ ਰਾਖੀ ਕਰਨ, ਇਨਸਾਫ ਦੇਣ ਅਤੇ ਜ਼ਾਲਮਾਂ ਤੋਂ ਆਜ਼ਾਦੀ ਦਿਵਾਉਣ ਦਾ ਪ੍ਰਤੀਕ ਹੈ। ਦੇਗ ਤੇ ਤੇਗ ਦਾ ਇਹ ਸੁਮੇਲ ਸੱਚਮੁੱਚ ਬੇਮਿਸਾਲ ਹੈ। ਇੱਕ ਪਾਸੇ ਮਨੁੱਖਤਾ ਦੀ ਸੇਵਾ ਤੇ ਦੂਜੇ ਪਾਸੇ ਉਸ ਦੀ ਰਾਖੀ। ਤੇ ਅਖੀਰਲੇ ਲਫ਼ਜ਼ ਨੇ ਫਤਿਹ ਅਤੇ ਨੁਸਰਤ। ਇਸ ਦਾ ਭਾਵ ਹੈ ਕਿ ਜਿਹੜੀ ਵੀ ਜਿੱਤ ਜਾਂ ਬਖਸ਼ਿਸ਼ ਮਿਲੀ ਹੈ, ਉਹ ਬਿਨਾਂ ਕਿਸੇ ਰੁਕਾਵਟ ਦੇ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਮਿਲੀ ਹੋਈ ਇਲਾਹੀ ਦਾਤ ਹੈ। ਇਹ ਫਿਰ ਤੋਂ ਉਸੇ ਗੱਲ ਤੇ ਜ਼ੋਰ ਦਿੰਦਾ ਹੈ ਕਿ ਅਸੀਂ ਜੋ ਵੀ ਹਾਂ, ਉਸ ਅਕਾਲ ਪੁਰਖ ਤੇ ਬਖਸ਼ਿਸ਼ ਸਦਕਾ ਹਾਂ। ਤਾਂ ਇਸ ਪੂਰੇ ਸਫ਼ਰ ਨੂੰ ਦੇਖਦਿਆਂ ਹੋਇਆਂ ਇੱਕ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿਰਫ ਇੱਕ ਇਲਾਕਾ ਨਹੀਂ ਜਿੱਤਿਆ, ਸਗੋਂ ਹੰਕਾਰ ਮੁਕਤ ਅਤੇ ਲੋਕ ਭਲਾਈ ਵਾਲੇ ਇੱਕ ਐਸੇ ਰਾਜ ਦੀ ਨੀਂਹ ਰੱਖੀ ਜਿਸ ਦੀ ਮਿਸਾਲ ਮਿਲਣੀ ਔਖੀ ਹੈ। ਅਖੀਰ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੜੇ ਡੂੰਘੇ ਸਵਾਲ ਨਾਲ ਛੱਡ ਕੇ ਜਾਣਾ ਚਾਹੁੰਦਾ। ਜੇਕਰ ਸੱਚੀ ਪ੍ਰਭੂ ਸੱਤਾ ਅਤੇ ਅਸਲੀ ਤਾਕਤ ਇਨਸਾਫ, ਸ਼ਾਂਤੀ ਅਤੇ ਨਿਮਰਤਾ ਤੇ ਹੀ ਖੜੀ ਹੁੰਦੀ ਹੈ, ਤਾਂ ਫਿਰ ਲੋਹਗੜ੍ਹ ਦੀ ਇਹ ਮਹਾਨ ਵਿਰਾਸਤ ਅੱਜ ਦੇ ਦੌਰ ਦੇ ਸੱਤਾ ਦੇ ਭੁੱਖੇ ਸਿਸਟਮਾਂ ਨੂੰ ਕਿੰਨੀ ਵੱਡੀ ਚੁਣੌਤੀ ਦਿੰਦੀ ਹੈ। ਜ਼ਰਾ ਸੋਚਿਓ ਜ਼ਰੂਰ। ਅੱਜ ਦੀ ਇਸ ਖਾਸ ਵਿਆਖਿਆ ਵਿੱਚ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।